1983 ਤੋਂ ਲੈ ਕੇ ਚਿੱਟ ਫੰਡ ਕੰਪਨੀਆਂ ਨੇ ਵੱਧ ਵਿਆਜ ਦਾ ਲਾਲਚ ਦੇ ਕੇ ਕਰੋੜਾਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ। ਇਨ੍ਹਾਂ ਕੰਪਨੀਆਂ 'ਚੋਂ ਜੇ ਗੱਲ ਕਰੀਏ ਪਰਲ ਗਰੁੱਪ ਦੀ, ਸੇਬੀ ਦੀ ਜਾਂਚ ਮੁਤਾਬਕ ਚਿੱਟ ਫੰਡ ਕੰਪਨੀਆਂ 'ਚ ਪਰਲ ਗਰੁੱਪ ਦਾ ਸਭ ਤੋਂ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਇਸ ਕੰਪਨੀ 'ਚ 6 ਕਰੋੜ ਨਿਵੇਸ਼ਕਾਂ ਦਾ 49,100 ਕਰੋੜ ਰੁਪਇਆ ਫਸਿਆ ਹੋਇਆ ਹੈ। ਸੇਬੀ ਦੇ ਰਿਕਾਰਡ ਮੁਤਾਬਕ ਪਰਲ ਗਰੁੱਪ ਕੋਲ 1,83,000 ਕਰੋੜ ਦੀ ਪ੍ਰਾਪਰਟੀ ਹੈ। ਪੰਜਾਬ ਦੇ ਵਿੱਚ ਇਸ ਕੰਪਨੀ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋੜਾਂ ਰੁਪਏ ਦੇ ਮੈਗਾ ਪ੍ਰੋਜੈਕਟ ਵੀ ਦਿੱਤੇ ਗਏ। ਸੁਪਰੀਮ ਕੋਰਟ ਵੱਲੋਂ 2 ਫਰਵਰੀ 2016 ਨੂੰ ਨਿਵੇਸ਼ਕਾਂ ਦੇ ਹੱਕ ਵਿੱਚ ਫੈਸਲਾ ਕਰਦਿਆਂ RM ਲੋਧਾ ਦੀ ਅਗਵਾਈ 'ਚ ਇੱਕ ਕਮੇਟੀ ਗਠਿਤ ਕਰਦਿਆਂ ਕਿਹਾ ਕਿ ਪਰਲ ਗਰੁੱਪ ਦੀਆਂ ਸਾਰੀਆਂ ਜ਼ਮੀਨ ਜਾਇਦਾਦਾਂ ਵੇਚ ਕੇ ਨਿਵੇਸ਼ਕਾਂ ਦਾ ਪੈਸਾ ਵਾਪਸ ਕੀਤਾ ਜਾਏ। ਉੱਥੇ ਹੀ ਪੈਸੇ ਦੀ ਵਾਪਸੀ ਲਈ ਸੰਘਰਸ਼ ਕਰ ਰਹੀ ਜਥੇਬੰਦੀ ਇਨਸਾਫ ਦੀ ਆਵਾਜ਼ ਦੇ ਕੌਮੀ ਪ੍ਰਧਾਨ ਸਰਦਾਰ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਦੱਸਿਆ ਕਿ 5 ਸਾਲ ਸੰਘਰਸ਼ ਕਰਨ ਦੇ ਬਾਵਜੂਦ ਵੀ ਸਰਕਾਰਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀ ਸ਼ਹਿ ਤੇ ਹੀ ਇਹ ਕੰਪਨੀਆਂ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੀਆਂ ਹਨ। ਦਾਨਗੜ੍ਹ ਨੇ ਦੱਸਿਆ ਕਿ ਬਠਿੰਡਾ ਦੇ ਵਿੱਚ ਪਰਲ ਸਿਟੀ ਦੀ ਜ਼ਮੀਨ ਤੇ ਨਜਾਇਜ਼ ਤਰੀਕੇ ਨਾਲ ਕੁਝ ਲੋਕਾਂ ਵੱਲੋਂ ਖੇਤੀ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਮਹਿੰਦਰਪਾਲ ਸਿੰਘ ਦਾਨਗੜ੍ਹ ਤੋਂ ਕੀ ਇਹ ਪੂਰਾ ਮਾਮਲਾ। ਹਾਂਜੀ, ਬੜਾ ਅਹਿਮ ਮੁੱਦਾ ਵਾ ਅੱਜ ਵਾਲਾ ਜੀ, ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਪਰਲ ਕੰਪਨੀ ਜਿਹਨੇ ਪੂਰੇ ਦੇਸ਼ 'ਚ 5 ਕਰੋੜ ਤੋਂ ਉੱਪਰ ਲੋਕਾਂ ਦੀ ਸੇਵਿੰਗ ਦਾ ਪੈਸਾ ਹੜੱਪਿਆ ਹੋਇਆ, ਤੇ ਉਹ ਪੈਸਾ ਜੋ ਉਹਨਾਂ ਨੇ ਇਕੱਠਾ ਕੀਤਾ ਸੀ ਉਹਦੇ ਨਾਲ ਪੂਰੇ ਦੇਸ਼ 'ਚ ਪ੍ਰਾਪਰਟੀ ਖਰੀਦੀ ਆ, ਤੇ ਹੁਣ ਉਸ ਪ੍ਰਾਪਰਟੀ ਨੂੰ ਵੇਚ ਕੇ ਉਹ ਜਿਹੜਾ 5 ਕਰੋੜ 85 ਲੱਖ ਇਨਵੈਸਟਰ ਹੈ, ਜਿਹਦੇ ਵਿੱਚੋਂ ਪੰਜਾਬ ਦਾ 25 ਲੱਖ ਇਨਵੈਸਟਰ ਹੈ, ਉਹਦਾ ਪੈਸਾ ਦੇਣਾ ਲੋਢਾ ਕਮੇਟੀ, ਸਾਬਕਾ ਚੀਫ ਜਸਟਿਸ ਨੇ, ਉਸ ਕਮੇਟੀ ਦੇ ਮੁਖੀ ਨੇ, ਔਰ ਇਹ ਸੁਪਰੀਮ ਕੋਰਟ ਦਾ ਹੁਕਮ ਤੇ ਉਹ ਕਮੇਟੀ ਦੀ ਗਠਨ ਹੋਇਆ। ਹੁਣ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਉਹਨਾਂ ਦੀ ਬਹੁਤ ਪ੍ਰਾਪਰਟੀ ਆ। ਆਪਾਂ ਅੱਜ ਗੱਲ ਕਰਦੇ ਹਾਂ ਬਠਿੰਡਾ ਦੇ ਵਿੱਚ ਗੋਨਿਆਣਾ ਰੋਡ ਦੇ ਉੱਤੇ ਘੱਟੋ ਘੱਟ 200 ਏਕੜ ਦੇ ਲਗਭਗ ਆਬਾਦੀ ਹੀ ਉਹ ਤੋਂ 200 ਏਕੜ ਤੋਂ ਅੱਪ ਹੀ ਜ਼ਮੀਨ ਹੈਗੀ ਆ। ਉਸ ਜ਼ਮੀਨ ਤੇ ਕੁਝ ਧੱਕੜਸ਼ਾਹੀ ਲੋਕ ਜਾਂ ਬਦਮਾਸ਼ ਜਾਂ ਪੋਲੀਟੀਕਲੀ ਪਹੁੰਚ ਵਾਲੇ ਲੋਕ ਪਿਛਲੇ 2-3 ਸਾਲਾਂ ਤੋਂ 4 ਸਾਲਾਂ ਤੋਂ ਕਬਜ਼ਾ ਕਰਕੇ ਉੱਥੋਂ ਪੈਦਾਵਾਰ ਖਾ ਰਹੇ ਨੇ। ਸਾਡੀ ਜਥੇਬੰਦੀ ਇਨਸਾਫ ਦੀ ਆਵਾਜ਼ ਇਨਵੈਸਟਰਸ ਦਾ ਕੇਸ ਲੜਦੀ ਆ, ਸੁਪਰੀਮ ਕੋਰਟ 'ਚ ਵੀ ਲੜਿਆ, ਅੱਜ ਵੀ ਉਹਨਾਂ ਤੇ ਪਹਿਰਾ ਦੇ ਰਹੀ ਹੈ। ਤੇ ਅਸੀਂ ਬਠਿੰਡਾ ਪ੍ਰਸ਼ਾਸਨ ਤੋਂ ਅੱਜ ਤੋਂ 2-2.5 ਮਹੀਨੇ ਪਹਿਲਾਂ ਐਪਲੀਕੇਸ਼ਨ ਦੇ ਕੇ ਮੰਗ ਕੀਤੀ ਸੀ ਕਿ ਇਸ ਜ਼ਮੀਨ ਤੇ 45 ਲਾਈ ਜਾਵੇ ਤਾਂ ਕਿ ਕਿਸੇ ਦਾ ਨਜਾਇਜ਼ ਕਬਜ਼ਾ ਨਾ ਹੋਵੇ ਔਰ ਇਹਦੀ ਜਿਹੜੀ ਆਮਦਨੀ ਸਰਕਾਰੀ ਖਜ਼ਾਨੇ 'ਚ ਜਾਵੇ। ਪਰ ਕੁਝ ਕਾਰਨਾਂ ਕਰਕੇ ਪ੍ਰਸ਼ਾਸਨ ਤੋਂ ਇਹ ਹੋਇਆ ਨਹੀਂ। ਅੱਜ ਉਹ ਜ਼ਮੀਨ ਤੇ ਜਿਹੜੀ ਉਹ ਕਣਕ ਬੀਜੀ ਸੀ ਕੁਝ ਲੋਕਾਂ ਨੇ, ਉਹਦੇ ਵਿੱਚੋਂ ਕੁਝ ਉਹਨਾਂ ਨੇ ਵੱਢ ਲਈ, ਪਰ ਬਾਕੀ ਬਹੁਤ ਵੱਡਾ ਹਿੱਸਾ ਹਜੇ ਉਹ ਕਣਕ ਖੜੀ ਆ। ਮੈਂ ਬਠਿੰਡਾ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਕੱਲ ਨੂੰ ਕੋਈ ਧੱਕੇ ਵਾਲਾ ਜਾਂ ਪੋਲੀਟੀਕਲੀ ਪਹੁੰਚ ਵਾਲਾ ਜਾਂ ਕੋਈ ਗੁੰਡਾ ਉਹਨੂੰ ਵੱਢੇ, ਉਦੋਂ ਪਹਿਲਾਂ ਪ੍ਰਸ਼ਾਸਨ ਉਹ ਤੇ ਫੈਸਲਾ ਲੈ ਕੇ ਉਹਨੂੰ ਵੱਢ ਕੇ ਸਰਕਾਰੀ ਖਜ਼ਾਨੇ 'ਚੋਂ ਜੇ ਪੈਸੇ ਜਮ੍ਹਾਂ ਹੋਣ, ਕਿਉਂਕਿ ਉਹ ਪੈਸੇ ਪੰਜਾਬ ਦੇ 25 ਲੱਖ ਇਨਵੈਸਟਰਸ ਨੇ ਜਿਹੜੇ ਗਰੀਬ ਨੇ, ਜਿਨ੍ਹਾਂ ਦਾ ਪੈਸਾ ਉਸ ਕੰਪਨੀ 'ਚ ਲੱਗਿਆ, ਉਹਨਾਂ ਨੂੰ ਮਿਲੇ। ਬਸ ਮੈਂ ਇਹ ਮੰਗ ਕਰਦਾ। ਹਜੇ ਉਹ ਕਣਕ ਖੜੀ ਆ, ਬਹੁਤ ਵੱਡਾ ਹਿੱਸਾ, ਕਿਉਂਕਿ ਮੀਡੀਆ 'ਚ ਬੜਾ ਬਵਾਲ ਉੱਠਿਆ ਸੀ ਕਿਉਂਕਿ ਕੁਝ 20 ਕਿੱਲੇ ਕੋਈ ਵੱਢ ਕੇ ਲੈ ਗਿਆ। ਉਹਦੀ ਵੀ ਸਾਡੀ ਜਥੇਬੰਦੀ ਵੀ ਇਨਕੁਆਇਰੀ ਕਰ ਰਹੀ ਹੈ, ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਤੁਸੀਂ ਵੀ ਇਨਕੁਆਇਰੀ ਕਰੋ, ਪਰ ਜਿਹੜੀ ਹਲੇ ਕਣਕ ਖੜੀ ਆ ਉਹਨੂੰ ਵੱਢਿਆ ਜਾਵੇ, ਵੱਢ ਕੇ ਉਹਦਾ ਪੈਸਾ ਸਰਕਾਰੀ ਖਜ਼ਾਨੇ 'ਚ ਜਾਵੇ ਔਰ ਗਾਹਾਂ ਤੋਂ ਉਹਨੂੰ ਪ੍ਰਸ਼ਾਸਨ ਉਹਦਾ ਇੱਕ ਅਧਿਕਾਰੀ ਨਿਯੁਕਤ ਹੋ ਜਾਏ। ਕਿਵੇਂ ਅਸੀਂ ਮਾਨਸਾ ਦੇ ਵਿੱਚ ਕੁਝ ਲੈਂਡ ਤੇ ਕਰਾਇਆ ਹੋਇਆ, ਤੇ ਇਹਦੀ ਆਮਦਨ ਸਰਕਾਰੀ ਖਜ਼ਾਨੇ 'ਚ ਜਾਵੇ। ਉਹਦਾ ਅਸੀਂ ਕੇਸ ਆਲਰੇਡੀ ਲੜ ਰਹੇ ਹਾਂ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਉਹ ਕਣਕ ਵੱਢੀ ਨਾ ਜਾਵੇ। ਜੇ ਕਣਕ ਵੱਢੀ ਗਈ ਜਾਂ ਕੋਈ ਉਹਨੂੰ ਵੱਢ ਕੇ ਲੈ ਗਿਆ ਤਾਂ ਉਹਦਾ ਜ਼ਿੰਮੇਵਾਰ ਬਠਿੰਡਾ ਪ੍ਰਸ਼ਾਸਨ ਹੋਵੇਗਾ। ਮੈਂ ਮਹਿੰਦਰਪਾਲ ਸਿੰਘ ਦਾਨਗੜ੍ਹ, ਪ੍ਰਧਾਨ ਇਨਸਾਫ ਦੀ ਆਵਾਜ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।